सोहणे ओहो जिन्हां दे काम सोहणे, सोहणे ओहो जिन्हां दे दिल सोहणे, सोहणे ओहो जिन्हां दी जुबान सोहणी। बाकी वैसे जिन्हां नूं आपां आम तौर ते सोहਣਾ कहंदे, ਇਹੋ ਜਿਹੇ सोहणे सिर्फ चानण विच ही सोहणे लगदे। थोड़ा हनेरा होण दी देर है बस, देखदे देखदे ਇਹ सब सुहप्पण ढलन लगदा ढलन लगदा। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਿੰਘ ਸੰਸ ਕਨਸੈਪਟ ਕਲਾਸਿਸ 2.0। ਕਾਫੀ ਦੇਰ ਹੋ ਗਈ ਵੀਡੀਓਜ਼ ਦਾ ਜਿਹੜਾ ਆਪਣਾ ਇੱਕ ਸਿਸਟਮ ਜਿਹਾ ਬਣਿਆ ਪਿਆ ਸੀਗਾ, ਸਕੇਜੂਲ ਬਣਿਆ ਪਿਆ ਸੀ, ਉਹ ਖਰਾਬ ਹੋ ਗਿਆ। ਬਟ ਚਲੋ ਕੋਈ ਗੱਲ ਨਹੀਂ, ਟਾਈਮਿੰਗ ਦੀ ਦਿੱਕਤ ਕਾਫੀ ਜ਼ਿਆਦਾ ਆ ਰਹੀ ਹੈ, ਉਸ ਕਰਕੇ ਚਲੋ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਵੱਧ ਤੋਂ ਵੱਧ ਵੀਡੀਓਜ਼ ਦੇ ਸਕਾਂ। ਅੱਜ ਆਪਾਂ ਗੱਲ ਕਰਨ ਲੱਗੇ ਹਾਂ 10ਵੀਂ ਕਲਾਸ ਪੰਜਾਬ ਬੋਰਡ ਇਕਨੋਮਿਕਸ। ਕੰਟੀਨਿਊ ਕਰ ਰਿਹਾ ਪਹਿਲੇ ਚੈਪਟਰ ਨੂੰ। ਤੇ ਮੈਂ ਸੱਚ ਦੱਸਾਂ ਤਾਂ ਪਿਛਲੀ ਵਾਰ ਮੈਨੂੰ ਇੰਨਾ ਗੌਰ ਕਰਨ ਦਾ ਮੌਕਾ ਨਹੀਂ ਸੀ ਮਿਲਿਆ, ਬਟ ਮੈਨੂੰ ਹੁਣ ਮੈਂ ਦੇਖਿਆ ਪਹਿਲੇ ਚੈਪਟਰ ਨੂੰ ਧਿਆਨ ਨਾਲ। ਸੱਚੀ ਮੁੱਚੀ ਯਾਰ ਬਹੁਤ ਵੱਡਾ ਚੈਪਟਰ ਹੈ, ਬਹੁਤ ਜ਼ਿਆਦਾ ਵੱਡਾ। ਮੈਂ ਇਹ ਵੱਡਾ ਕਿਉਂ ਕਹਿ ਰਿਹਾ, ਜਿਹੜੇ ਟੌਪਿਕ +1 +2 ਦੇ ਵਿੱਚ ਮਤਲਬ ਅਲੱਗ-ਅਲੱਗ ਚੈਪਟਰ ਦੇ ਨਾਮ ਤੇ ਆਉਂਦੇ ਨੇ, ਉਹ ਸਾਰੇ ਲਗਭਗ ਟੌਪਿਕ ਇਹਨਾਂ ਨੇ ਪਹਿਲੇ ਚੈਪਟਰ 'ਚ ਸੱਟ ਰੱਖੇ ਨੇ। ਤੇ ਮੈਂ ਹੈਰਾਨ ਹੋ ਰਿਹਾ ਵੀ ਹਿੰਮਤ ਬੱਚਿਆਂ ਨੂੰ ਸਿਖਾ ਦਿਓ, ਬਸ ਪਹਿਲੀ ਵਾਰ 'ਚ ਸਿਖਾ ਦਿਓ ਸਾਰਾ ਕੁਝ। ਚਲੋ ਬੱਚੇ ਵੀ ਹਿੰਮਤੀ ਨੇ, ਆਪਾਂ ਸਿੱਖ ਸਕਦੇ ਹਾਂ, ਥੋੜ੍ਹਾ ਜਿਹਾ ਸਿੱਖ ਲਾਂਗੇ, ਜ਼ਿਆਦਾ ਨਹੀਂ ਤਾਂ। ਬਹੁਤਾ ਡਿਟੇਲ 'ਚ ਨਹੀਂ ਜਾਵਾਂਗੇ ਪਰ ਸਿੱਖਾਂਗੇ। ਗੱਲ ਕੀ ਹੈ, ਅੱਜ ਟੌਪਿਕ ਇਸ ਤੋਂ ਸਟਾਰਟ ਹੁੰਦਾ ਗਵਰਨਮੈਂਟ ਬਜਟ ਤੋਂ। ਪਿੱਛੇ ਆਪਾਂ ਬਹੁਤ ਸਾਰੇ ਟੌਪਿਕ ਕਰ ਚੁੱਕੇ ਹਾਂ, ਪਿਛਲੇ ਵੀਡੀਓਜ਼ ਦੇਖ ਲਿਓ। ਆਈ ਥਿੰਕ ਇਹ 5ਵੀਂ ਵੀਡੀਓ ਹੋਏਗੀ ਸ਼ਾਇਦ, ਜਿੱਥੇ ਤੱਕ ਮੈਨੂੰ ਲੱਗਦਾ 5ਵੀਂ ਜਾਂ 6ਵੀਂ, 5ਵੀਂ, ਇਹ 5ਵੀਂ ਹੈ। ਹਾਂ, ਗਵਰਨਮੈਂਟ ਬਜਟ ਦੀ ਗੱਲ ਕਰੀਏ, ਸਰਕਾਰੀ ਬਜਟ ਦੀ ਗੱਲ ਕਰੀਏ, ਮੋਟੇ ਤੌਰ ਤੇ ਦੱਸਦਾ ਜਿਹੜੀ ਗੱਲ ਬੁੱਕ 'ਚ ਨਹੀਂ ਲਿਖੀ ਪਈ ਤੇ ਤੁਹਾਡੇ ਕੰਨ 'ਚ ਪਾਉਣੀ ਹੈ। ਜਿਹੜੀ ਦੋ ਗੱਲਾਂ ਹੁੰਦੀਆਂ ਨੇ ਬਜਟ ਦੇ ਵਿੱਚ, ਕਿ ਪਿਛਲੇ ਸਮੇਂ 'ਚ ਕੀ ਕੀਤਾ ਹੈ, ਉਸ ਦੇ ਹਾਲਾਤ ਕਿਹੋ ਜਿਹੇ ਸੀ, ਜੋ ਪਿੱਛੇ ਆਪਾਂ ਕਰਕੇ ਆ ਚੁੱਕੇ ਹਾਂ ਉਹਦੀ ਪਰਫਾਰਮੈਂਸ ਨੂੰ ਦੇਖਿਆ ਜਾਂਦਾ। ਠੀਕ ਹੈ ਜੀ। ਪਲੱਸ ਦੂਜੀ ਗੱਲ ਜਿਹੜੀ ਹੁੰਦੀ ਹੈ, ਆਉਣ ਵਾਲੇ ਟਾਈਮ ਕੀ ਕਰਨਾ ਹੈ। ਇਹ ਕਰਨ ਕਰਾਉਣ 'ਚ ਹੈ ਕੀ, ਮੋਟੇ ਤੌਰ 'ਤੇ ਨਾ ਦੋ ਕੰਮ ਹੁੰਦੇ ਨੇ ਕਰਨ ਵਾਲੇ, ਪੈਸਾ ਕਮਾਉਣਾ ਤੇ ਪੈਸਾ ਗਵਾਉਣਾ, ਖਰਚਣਾ, ਕਹਿਣ ਦਾ ਭਾਵ। ਦੋ ਗੱਲਾਂ ਨੇ ਬਸ। ਦੇਖੋ ਕਿ ਪੁਰਾਣੇ ਟਾਈਮ ਆਪਾਂ ਜਿਹੜਾ ਪਿੱਛੇ ਟਾਈਮ, ਪਿਛਲਾ ਸਾਲ ਮੇਨਲੀ ਮੈਂ ਦੱਸਾਂ, ਬਜਟ ਹਰ ਸਾਲ ਇੱਕ ਸਾਲ ਦੌਰਾਨ ਮਤਲਬ ਹਰ ਸਾਲ ਬਜਟ ਨਿਕਲਦਾ। ਸਾਲ ਦੀ ਅਵਧੀ ਹੁੰਦੀ ਹੈ, 1 ਈਅਰ ਦਾ ਕੱਢਦੇ ਹੁੰਦੇ ਨੇ। ਜਦੋਂ ਫੈਬਰਵਰੀ 'ਚ ਬਜਟ ਨਿਕਲਿਆ ਇਸ ਸਾਲ ਦਾ, ਤਾਂ ਉਹਦੇ ਵਿੱਚ ਪਿਛਲੇ ਸਾਲ ਦੇ ਬਾਰੇ ਡਿਟੇਲ ਹੈ ਕਿ ਪਿਛਲੇ ਸਾਲ ਪਰਫਾਰਮੈਂਸ ਕਿਹੋ ਜਿਹੀ ਰਹੀ ਹੈ। ਪਲੱਸ ਉਹਦੇ ਵਿੱਚ ਇਸ ਸਾਲ ਦੇ ਬਾਰੇ ਪਾਲਿਸੀਜ਼ ਤੇ ਪ੍ਰੋਗਰਾਮਸ ਹੁੰਦੇ ਨੇ ਕਿ ਆਪਾਂ ਇੱਦਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ। ਦੋ ਗੱਲਾਂ ਸਮਝ ਆਈਆਂ? ਠੀਕ ਹੈ ਜੀ। ਹੁਣ ਹਲਕੀ ਡੈਫੀਨੇਸ਼ਨ ਜਿਹੜੀ ਤੁਹਾਡੀ ਬੁੱਕ 'ਚ ਲਿਖੀ ਪਈ ਸੀ, ਮੈਨੂੰ ਵੈਸੇ ਇੰਨੀ ਪਸੰਦ ਨਹੀਂ ਆਈ, ਪਰ ਭਾਈ ਜੋ ਹੈ ਸੋ ਹੈ। ਬੁੱਕ 'ਚ ਇੰਨਾ ਕੁ ਲਿਖਿਆ ਪਿਆ ਕਿ ਐਨੂਅਲ ਸਟੇਟਮੈਂਟ ਹੁੰਦੀ ਹੈ, ਇੱਕ ਸਾਲਾਨਾ ਬਿਊਰਾ, ਜਿਵੇਂ ਤੁਹਾਡਾ ਰਿਪੋਰਟ ਕਾਰਡ ਹੁੰਦਾ ਸਾਲ ਫਾਈਨਲ ਪੇਪਰਾਂ ਦਾ, ਆਫ ਐਸਟੀਮੇਟਡ ਰੈਵਨਿਊ ਤੇ ਐਕਸਪੈਂਡੀਚਰ, ਜਿਹਦੇ ਵਿੱਚ ਪ੍ਰਸਤਾਵਿਤ ਬੋਲਦੇ ਨੇ। ਐਸਟੀਮੇਟਡ ਮਤਲਬ ਅਨੁਮਾਨ ਲਗਾਇਆ ਹੋਇਆ, ਐਕਚੁਅਲ ਨਹੀਂ, ਇੱਕ ਤਰੀਕੇ ਦਾ ਗੈਸ ਲਗਾਇਆ ਹੋਇਆ ਵੀ ਇੰਨੀ ਆਪਣੀ ਆਮਦਨ ਹੋਊਗੀ ਤੇ ਇੰਨਾ ਆਪਣਾ ਖਰਚ ਹੋਊਗਾ। ਉਹਦਾ ਸਾਰਾ ਬਿਊਰਾ ਕੱਲੀ ਚੀਜ਼ ਬਾਰੇ, ਬਹੁਤ ਸਾਰੀ ਚੀਜ਼ਾਂ ਦੇ ਵਿੱਚ ਇਨਕਲੂਡ ਹੁੰਦੀਆਂ ਨੇ। ਇਲੈਕਟ੍ਰੋਨਿਕ ਆਈਟਮਸ, ਘਰੇਲੂ ਆਈਟਮਸ, ਪੈਟਰੋਲ ਵਿੱਚ, ਸਾਰਾ ਕੁਝ ਲਗਭਗ ਬਹੁਤ ਕੁਝ ਹੁੰਦਾ ਉਹਦੇ ਵਿੱਚ। ਤੇ ਉਹਦੇ ਬਾਰੇ ਡਿਟੇਲ ਹੁੰਦੀ ਹੈ ਵੀ ਇਸ ਤਰੀਕੇ ਨਾਲ ਖਰਚੇ ਹੋਣਗੇ, ਇਸ ਨਾਲ ਆਮਦਨ ਹੋਣਗੇ, ਆਹ ਚੀਜ਼ਾਂ ਦੇ ਰੇਟ ਘਟਾਵਾਂਗੇ, ਇਹਨਾਂ ਦੇ ਵਧਾਵਾਂਗੇ, ਬਹੁਤ ਕੁਝ ਹੁੰਦਾ ਸੱਚੀ ਮੁੱਚੀ। ਅੱਗੇ ਆ ਜਾਂਦੀ ਹੈ ਗੱਲਬਾਤ ਜਦੋਂ ਬਜਟ ਬਾਰੇ ਸ਼ੋਅ ਕੀਤਾ ਜਾਂਦਾ ਕਿ ਬਜਟ ਹੈ। ਬਜਟ ਕੀ ਹੈ? ਮੇਨਲੀ ਉਹ 'ਚ ਆਮਦਨ ਤੇ ਖਰਚ ਬਾਰੇ ਗੱਲ ਹੁੰਦੀ ਹੈ, ਇੰਨਾ ਕਮਾਇਆ ਇੰਨਾ ਖਰਚਾਂਗੇ। ਫਿਰ ਟਾਈਪਸ ਨਿਕਲਦੀਆਂ ਨੇ, 3 ਤਰ੍ਹਾਂ ਦਾ ਬਜਟ ਹੁੰਦਾ: ਸੰਤੁਲਿਤ, ਬੈਲੈਂਸਡ ਬਜਟ, ਸਰਪਲਸ ਜਿਹਨੂੰ ਆਪਾਂ ਕਹਿੰਦੇ ਬੱਚਤ ਦਾ ਬਜਟ, ਵੀ ਇਹਦੇ ਵਿੱਚ ਕੁਝ ਬਚ ਜਾਂਦਾ, ਡੈਫੀਸਿਟ, ਘਾਟੇ ਦਾ ਬਜਟ। ਗੱਲ ਕੀ ਹੈ? ਬੈਲੈਂਸਡ ਜਿਹੜਾ ਹੈਗਾ, ਸੰਤੁਲਿਤ, ਜਦੋਂ ਤੁਹਾਡਾ ਐਸਟੀਮੇਟਡ ਰੈਵਨਿਊ ਬਰਾਬਰ ਹੋਊਗਾ ਐਸਟੀਮੇਟਡ ਐਕਸਪੈਂਡੀਚਰ ਦੇ,
ਮਤਲਬ ਤੁਹਾਡੀ ਜਿਹੜੀ ਪ੍ਰਸਤਾਵਿਤ ਆਮਦਨ ਹੈ ਤੇ ਪ੍ਰਸਤਾਵਿਤ ਜਿਹੜਾ ਖਰਚ ਹੈ, ਮੈਂ ਲਿਖ ਲਵਾਂ ਸਪੈਸ਼ਲੀ, ਪ੍ਰਸਤਾਵਿਤ ਹੈ, ਮੈਂ ਪਹਿਲਾਂ ਕਹਿ ਰਿਹਾ, ਮਤਲਬ ਇਹ ਐਕਚੁਅਲ ਨਹੀਂ ਹੈਗਾ, ਅਸਲੀ ਨਹੀਂ ਹੈਗੀ ਆਮਦਨ, ਨਾ ਹੀ ਅਸਲੀ ਖਰਚਾ ਹੈ। ਜਦੋਂ ਇਹ ਦੋਨੇ ਬਰਾਬਰ ਹੁੰਦੇ ਨੇ ਫਿਰ ਆਪਾਂ ਕਹਾਂਗੇ ਜੀ ਬੈਲੈਂਸਡ ਹੈ, ਸੰਤੁਲਿਤ ਬਜਟ ਹੈ। ਸੰਤੁਲਿਤ। ਸਰਪਲਸ ਸੁਣ ਕੇ ਲੱਗਦਾ ਨਾ ਵੀ ਸਰਪਲਸ, ਇਹਦਾ ਵੈਸੇ ਮਤਲਬ ਦੱਸ ਦਵਾਂ, ਇਹਦਾ ਮਤਲਬ ਹੁੰਦਾ ਫਾਇਦਾ ਹੀ ਹੁੰਦਾ ਇੱਕ ਤਰੀਕੇ ਨਾਲ। ਤਾਂ ਬੱਚਤ ਕਦੋਂ ਹੋਊਗੀ, ਫਾਇਦਾ ਕਦੋਂ ਹੋਊਗਾ? ਸਿਆਣਿਓ ਤੁਸੀਂ, ਵੀ ਜਦੋਂ ਆਮਦਨ ਜ਼ਿਆਦਾ ਹੋਊਗੀ ਖਰਚ ਨਾਲੋਂ। ਤੁਹਾਡੀ ਪ੍ਰਸਤਾਵਿਤ ਆਮਦਨ ਤੇ ਪ੍ਰਸਤਾਵਿਤ ਖਰਚ, ਆਮਦਨ ਜ਼ਿਆਦਾ ਖਰਚ ਨਾਲੋਂ, ਉਦੋਂ ਆਪਾਂ ਕਹਿੰਦੇ ਆ ਬੱਚਤ ਦਾ ਬਜਟ ਹੈ, ਜਿਹੜਾ ਕਿ ਇੰਡੀਆ 'ਚ ਮੈਂ ਕਦੇ ਵੈਸੇ ਸੁਣਿਆ ਤਾਂ ਹੈ ਨਹੀਂ। ਘਾਟੇ ਦਾ ਬਜਟ, ਡੈਫੀਸਿਟ ਬਜਟ, ਓਬਵੀਅਸ ਹੈ ਜਦੋਂ ਤੁਹਾਡੀ ਆਮਦਨ ਹੈ ਜਿਹੜੀ ਪ੍ਰਸਤਾਵਿਤ ਆਮਦਨ ਉਹ ਘੱਟ ਹੋਊਗੀ ਭਾਈ ਖਰਚ ਤੋਂ, ਪ੍ਰਸਤਾਵਿਤ ਖਰਚ ਤੋਂ, ਤਾਂ ਤੁਹਾਨੂੰ ਘਾਟਾ। ਬਸ ਇਹ ਇੰਨੀਆਂ ਕੁ ਗੱਲਾਂ ਹੀ ਨੇ, ਇਸ ਤੋਂ ਜ਼ਿਆਦਾ ਨਹੀਂ ਹੈਗੀਆਂ, ਬੜੀਆਂ ਹਲਕੀਆਂ ਫੁਲਕੀਆਂ ਗੱਲਾਂ ਸੀਗੀਆਂ। ਮੈਂ ਵੀਡੀਓ ਸ਼ਨੀਵਾਰ ਬਣਾ ਰਿਹਾ, ਹੈਰਾਨੀ ਦੀ ਗੱਲ ਹੈ ਲੋਕਡਾਊਨ ਹੈ ਪਰ ਫਿਰ ਵੀ ਲੋਕ ਟਿਕਦੇ ਨਹੀਂ ਹੈਗੇ, ਬਾਹਰ ਇੰਨੀ ਆਵਾਜ਼ ਆ ਰਹੀ ਹੈ ਨਾ, ਟੈਂ 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 ਟੈਂ, ਤਾਂ ਹੀ ਮੈਂ ਕੱਟ ਮਾਰਿਆ ਸੀ। ਚਲੋ ਹੋ ਜਾਂਦਾ। ਕੰਮ ਦੀ ਗੱਲ ਸੁਣਿਓ, ਹਾਂ ਵਿੱਚ ਤੁਹਾਨੂੰ ਸ਼ਾਇਦ ਡਿਸਟਰਬੈਂਸ ਆਏਗੀ ਅਗਰ ਮੇਰਾ ਘਰ ਇੱਕ ਮੁਹੱਲੇ ਵਿੱਚ ਹੈ, ਕੋਈ ਮੈਂ ਬਾਜ਼ਾਰ ਦੇ ਬਹੁਤਾ ਵਿੱਚ ਨਹੀਂ ਅਸੀਂ ਹੈਗੇ, ਬਟ ਫਿਰ ਵੀ ਲੋਕਡਾਊਨ ਦੇ ਬਾਵਜੂਦ ਵੀ ਹੈਰਾਨੀ ਦੀ ਗੱਲ ਤਾਂ ਇਹ ਆ, ਇਸ ਟਾਈਮ ਸ਼ਾਮ ਦੇ 6:30 ਵਜੇ ਨੇ ਤੇ ਮੈਂ ਵੀਡੀਓ ਕਾਫੀ ਲੇਟ ਬਣਾ ਰਿਹਾ, ਤੇ ਫਿਰ ਵੀ ਲੋਕਾਂ ਦੀ ਆਵਾਜਾਈ ਬਰਕਰਾਰ ਹੈ, ਤੁਹਾਨੂੰ ਪਤਾ ਹੀ ਹੈ। ਚਲੋ ਆਪਾਂ ਕੰਟੀਨਿਊ ਕਰਦੇ, ਕੋਈ ਗੱਲ ਨਹੀਂ, ਆਪਾਂ ਵੀ ਢੀਠ ਹਾਂ, ਆਪਾਂ ਵੀ ਨਹੀਂ ਦਬਦੇ, ਪੜ੍ਹਦੇ ਹਾਂ ਆਪਾਂ। ਗੱਲ ਦੇਖੋ ਸਮਝਣ ਵਾਲੀ ਇਹ ਹੈ, ਆਪਾਂ ਹੁਣੇ ਸਿੱਖਿਆ ਵੀ 3 ਤਰ੍ਹਾਂ ਦੇ ਬਜਟ ਸੀਗੇ। ਇੱਕ ਉਹ ਜਿੱਥੇ ਸਰਕਾਰ ਦੀ ਪ੍ਰਸਤਾਵਿਤ ਆਮਦਨ, ਸਰਕਾਰ ਦੀ ਪ੍ਰਸਤਾਵਿਤ ਜਿਹੜੀ ਖਰਚ, ਆਮਦਨ ਦੇ ਖਰਚ ਦੋਨੇ ਬਰਾਬਰ ਨੇ, ਉਹ ਹੈਗਾ ਸੰਤੁਲਿਤ ਬਜਟ, ਬੈਲੈਂਸਡ ਬਜਟ ਹੈ, ਜਿੱਥੇ ਇਨਕਮ ਤੇ ਐਕਸਪੈਂਡੀਚਰ, ਆਪਾਂ ਕਿ ਰਿਸੀਟਸ ਤੇ ਐਕਸਪੈਂਡੀਚਰ ਬਰਾਬਰ ਨੇ। ਠੀਕ ਹੈ ਜੀ, ਇਨਕਮ ਤੇ ਐਕਸਪੈਂਡੀਚਰ ਬਰਾਬਰ ਨੇ। ਦੂਜੇ ਪਾਸੇ ਹਾਂ, ਇੱਕ ਸੱਚ ਮੈਂ ਕਨਫਿਊਜ਼ ਨਾ ਹੋਇਓ ਪਲੀਜ਼, ਮੈਨੂੰ ਯਾਦ ਆਈ ਇੱਕ ਚੀਜ਼ ਹੋਰ, ਇਨਕਮ ਵਰਡ ਯੂਜ਼ ਕਰਦੇ ਆ ਜਾਂ ਰੈਵਨਿਊ ਵਰਡ ਯੂਜ਼ ਕਰਦੇ ਆ, ਇੱਕੋ ਗੱਲ ਆ, ਦਿਮਾਗ ਤੇ ਬੋਝ ਨਾ ਪਾਇਓ। ਹਾਂ, ਕਮਰਸ ਦੇ ਵਿੱਚ ਥੋੜ੍ਹਾ ਜਿਹਾ ਅੱਗੇ ਜਾ ਕੇ ਦੋਵਾਂ 'ਚ ਵਰਡਸ 'ਚ ਫਰਕ ਨਜ਼ਰ ਆ ਜਾਊਗਾ ਤੁਹਾਨੂੰ, ਬਟ ਫਿਲਹਾਲ ਦੀ ਘੜੀ ਤੁਸੀਂ 10ਵੀਂ 'ਚੋਂ ਇਹ ਦੋਨੇ ਵਰਡਸ ਨੂੰ ਇੱਕੋ ਜਿਹਾ ਦਿਮਾਗ 'ਚ ਰੱਖਿਓ, ਟੈਨਸ਼ਨ ਨਹੀਂ ਲੈਣੀ ਬਹੁਤੀ। ਕੰਮ ਦੀ ਗੱਲ, ਜਦੋਂ ਦੋਵੇਂ ਇਹ ਬਰਾਬਰ ਨੇ ਸਰਕਾਰ ਦੀਆਂ ਐਸਟੀਮੇਟਡ ਵਾਲੀਆਂ, ਤਾਂ ਆਪਾਂ ਕਹਿੰਦੇ ਸੀ ਬੈਲੈਂਸਡ ਬਜਟ ਹੈ। ਜਦੋਂ ਇਨਕਮ ਜ਼ਿਆਦਾ ਸੀਗੀ ਤਾਂ ਆਪਾਂ ਕਹਿੰਦੇ ਸਰਪਲਸ ਹੈ ਭਾਈ, ਬੱਚਤ ਤੇ ਬੱਚਤ ਦਾ ਫਾਇਦਾ ਹੀ ਫਾਇਦਾ। ਜਦੋਂ ਇਹ ਹੁੰਦਾ ਸੀਗਾ ਕਿ ਇੱਕ ਤਰੀਕੇ ਨਾਲ ਆਪਾਂ ਗੱਲ ਕਰ ਰਹੇ ਇਨਕਮ ਦੀ ਤੇ ਐਕਸਪੈਂਡੀਚਰ ਦੀ, ਜਦੋਂ ਸਰਕਾਰ ਦੀ ਇਨਕਮ ਜ਼ਿਆਦਾ ਹੈ ਐਕਸਪੈਂਡੀਚਰ ਤੋਂ ਤਾਂ ਸਰਪਲਸ ਹੈ। ਜਦੋਂ ਐਕਸਪੈਂਡੀਚਰ ਜ਼ਿਆਦਾ ਹੈ ਇਨਕਮ ਤੋਂ, ਖਰਚਾ ਵੱਧ ਹੋ ਰਿਹਾ, ਇੰਨੀ ਕਮਾਈ ਨਹੀਂ ਹੈਗੀ, ਤਾਂ ਕਹਾਂਗੇ ਘਾਟੇ ਦੀ ਹੈ, ਘਾਟੇ ਦਾ ਬਜਟ ਹੈ, ਤੇ ਉਸ ਨੂੰ ਬੋਲਦੇ ਆਪਾਂ, ਇੰਗਲਿਸ਼ ਕਿਹਾ ਸੀ ਮੈਂ ਭੁੱਲ ਗਿਆ, ਡੈਫੀਸਿਟ ਬਜਟ। ਅਗਲੀ ਗੱਲ ਖਾਸ ਹੈ, ਬਸ ਮੈਂ ਤੁਹਾਨੂੰ ਦੁਬਾਰਾ ਕਿਉਂ ਰਿਪੀਟ ਕਰਾ ਰਿਹਾ ਮੈਂ ਦੱਸਦਾ। ਡੈਫੀਸਿਟ ਜਿਹੜਾ ਬਜਟ ਹੈ ਉਹ ਬੜੀ ਇੱਕ ਪ੍ਰੋਬਲਮ ਵਾਲੀ ਗੱਲ ਹੈ। ਸੋਚ ਕੇ ਦੇਖੋ, ਤੁਹਾਡੇ ਦਿਮਾਗ 'ਚ ਤੁਹਾਨੂੰ ਦਿਖ ਰਿਹਾ ਜਿਵੇਂ ਘਰ ਦੇ ਹਾਲਾਤ ਨੇ, ਖਰਚਾ ਵੱਧ ਤੇ ਇਨਕਮ ਘੱਟ, ਤਾਂ ਕੀ ਹੋਊਗਾ? ਦੇਖੋ ਖਰਚਾ ਤਾਂ ਕਰਨਾ ਹੀ ਹੈ, ਮਜਬੂਰੀ ਹੈ, ਕੁਝ ਖਰਚੇ ਨੇ ਬਹੁਤ ਜ਼ਰੂਰੀ ਨੇ, ਉਹਨਾਂ ਬਿਨਾਂ ਸਰਦਾ ਨਹੀਂ ਹੈਗਾ। ਤਾਂ ਸਰਕਾਰ ਦਾ ਵੀ ਹਾਲ ਹੈ ਕੁਛ ਹੱਦ ਤੱਕ, ਦਿਖਦਾ ਉਹਨਾਂ ਨੂੰ ਵੀ ਆਹ ਖਰਚਾ ਕਿਤੇ ਬਿਨਾਂ ਸਰਨਾ ਨਹੀਂ ਹੈਗਾ, ਤਾਂ ਉਹ ਘਾਟੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਘਾਟੇ ਦੀ ਪੂਰਾ, ਦੇਖੋ ਪੂਰਾ ਤਾਂ ਕਿਵੇਂ ਹੋਊਗਾ, ਅਸਲ 'ਚ ਇੱਕ ਤਰੀਕੇ ਨਾਲ ਐਡਜਸਟਮੈਂਟ ਜੀ ਕਰਨ ਦੀ ਕੋਸ਼ਿਸ਼ ਕਰਦੀ ਹੈ। ਉਹ ਕਰਦੀ ਹੈ ਘਾਟੇ ਦੀ ਵਿੱਤ ਵਿਵਸਥਾ, ਜਿਹਨੂੰ ਉਹ ਕਹਿੰਦੇ ਨੇ ਡੈਫੀਸਿਟ ਫਾਈਨਾਂਸਿੰਗ। ਘਾਟੇ ਦੀ ਵਿੱਤ ਵਿਵਸਥਾ ਕਰਦੀ ਹੈ, ਮਤਲਬ ਘਾਟੇ ਨੂੰ ਪੂਰਾ ਕਰਨ ਵਾਸਤੇ ਪੈਸੇ ਦਾ ਇੰਤਜ਼ਾਮ ਕਰਦੀ ਹੈ ਸਰਕਾਰ। ਤੇ ਉਹ ਸਿੱਖਣਾ ਆਪਾਂ ਨੇ ਵੀ ਕਿਹੜੇ ਤਰੀਕੇ ਨੇ, ਮਤਲਬ ਕਿਸ ਤਰੀਕੇ ਨਾਲ ਉਹ ਇਹ ਕੰਮ ਕਰਦੀ ਹੈ। ਸਭ ਤੋਂ ਪਹਿਲਾ ਤਰੀਕਾ, ਮੰਗ ਲਓ। ਜਿਵੇਂ ਆਪਾਂ ਰਿਸ਼ਤੇਦਾਰ ਤੋਂ ਮੰਗ ਲੈਂਦੇ ਹਾਂ, ਯਾਰ ਦੋਸਤਾਂ ਤੋਂ ਮੰਗ ਲੈਂਦੇ ਹਾਂ, ਸਰਕਾਰ ਵੀ ਮੰਗ ਲੈਂਦੀ ਹੈ, ਉਹਦੀ ਰਿਸ਼ਤੇਦਾਰ ਹੈ RBI, ਰਿਜ਼ਰਵ ਬੈਂਕ ਆਫ ਇੰਡੀਆ, ਬੋਰੋ ਕਰ ਲੈਂਦੇ ਨੇ ਸਰਕਾਰ, ਗਵਰਨਮੈਂਟ ਬੋਰੋ ਕਰ ਲੈਂਦੀ ਹੈ RBI ਤੋਂ, ਜਿਹੜਾ ਕਿ ਆਪਣਾ ਸੈਂਟਰਲ ਬੈਂਕ ਆਫ ਇੰਡੀਆ, ਜਿਹੜਾ ਨੋਟ ਛਾਪਦਾ ਹੈ ਉਹੀ ਵਾਲਾ ਬੈਂਕ। ਉਸ ਨੂੰ ਕਹਿੰਦੇ ਵੀ ਸਾਨੂੰ ਪੈਸੇ ਉਧਾਰੇ ਦੇ ਦਿਓ, ਤੇ ਉਹ ਫਿਰ ਸਰਕਾਰ ਨੂੰ ਉਧਾਰੇ ਦੇ ਦਿੰਦੀ ਹੈ, ਤਾਂ ਬਸ ਵੀ ਗੱਲ ਖਤਮ।
ਦੂਜਾ ਤਰੀਕਾ ਟੇਕਿੰਗ ਆਊਟ ਕੈਸ਼ ਫਰਮ ਟ੍ਰੈਜਰੀ। ਸਰਕਾਰੀ ਖਜ਼ਾਨਾ ਹੁੰਦਾ ਹੈ, ਜਿੱਥੇ ਸਰਕਾਰ ਦੀ ਇਨਕਮ ਇਕੱਠੀ ਹੋਈ ਪਈ ਹੁੰਦੀ ਹੈ, ਇਹ ਉੱਥੋਂ ਵੀ ਪੈਸਾ ਕਢਾ ਸਕਦੇ ਨੇ ਅਗਰ ਉਹਨਾਂ ਨੂੰ ਲੱਗਦਾ ਹੈ ਵੀ ਭਾਈ ਇਨਕਮ ਨਹੀਂ ਹੋ ਰਹੀ, ਖਰਚਾ ਵਾਧੂ ਹੈ, ਤਾਂ ਫਿਰ ਉੱਥੇ ਪੈਸੇ ਕਢਾ ਲਓ। ਜਾਂ ਇੱਕ ਤਰੀਕਾ ਹੋਰ ਸੀਗਾ ਇਸ਼ੂ ਨਿਊ ਕਰੰਸੀ ਨੋਟਸ। ਉਹ ਆਰਬੀਆਈ ਨੂੰ ਕਹਿ ਸਕਦੀ ਹੈ ਵੀ ਭਾਈ ਨਵੇਂ ਨੋਟ ਇਸ਼ੂ ਕਰ ਦਿਓ, ਉਹਦੇ ਨਾਲ ਵੀ ਘਾਟਾ ਪੂਰਾ ਕੀਤਾ ਜਾ ਸਕਦਾ ਜੀ। ਠੀਕ ਹੈ, ਤਾਂ ਆਹ ਕੁਛ ਚੀਜ਼ਾਂ ਨੇ ਵਿੱਤ ਵਿਵਸਥਾ ਦੇ ਵਿੱਚ ਹੈਲਪ ਕਰਦੇ ਜਿਹੜਾ ਉਹਨੂੰ। ਠੀਕ ਹੈ, ਅੱਗੇ ਇੱਕ ਛੋਟਾ ਜਿਹਾ ਟੌਪਿਕ ਹੈ ਪਬਲਿਕ ਫਾਈਨਾਂਸ, ਸਰਵਜਨਿਕ ਵਿੱਤ। ਦੇਖੋ ਇਹਦੇ ਵਿੱਚ ਖਾਸ ਤੌਰ ਤੇ ਮੇਨਲੀ ਆਪਾਂ ਸਰਕਾਰ ਦੇ ਜਿਹੜੇ ਆਪਣੇ ਇਨਕਮ ਹੈਗੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ, ਐਕਸਪੈਂਸ ਬਾਰੇ ਗੱਲ ਕਰਦੇ ਹਾਂ। ਇਸ ਤੋਂ ਇਲਾਵਾ ਆਪਾਂ ਇਹ ਵੀ ਦੇਖਦੇ ਹਾਂ ਕਿ ਸਰਕਾਰ ਦੀ ਇਨਕਮ ਤੇ ਸਰਕਾਰ ਦਾ ਜਿਹੜਾ ਐਕਸਪੈਂਸ ਹੈ ਉਹਨਾਂ ਦੇ ਵਿੱਚ ਆਪਸ 'ਚ ਰਿਲੇਸ਼ਨ ਕੀ ਹੈ, ਕੀ ਰਿਸ਼ਤੇਦਾਰੀ ਹੈ, ਉਹਦਾ ਪ੍ਰਬੰਧ ਕਿਵੇਂ ਹੋ ਰਿਹਾ, ਠੀਕ ਠਾਕ ਹੋ ਰਿਹਾ, ਤੇ ਉਹਦਾ ਕੀ ਹਿਸਾਬ ਕਿਤਾਬ ਹੈ, ਸਾਰਾ ਕੁਝ ਉਹਦੇ ਬਾਰੇ ਡਿਟੇਲ 'ਚ। ਮੋਟੇ ਤੌਰ ਤੇ ਇਹਦੇ ਵਿੱਚ ਛੋਟੀ ਜਿਹੀ ਗੱਲ ਹੈ ਜਿਹੜੀ ਤੁਹਾਨੂੰ ਸਮਝਾਉਣੀ ਆ। ਇਨਕਮ ਦੇ ਸੋਰਸ ਜਾਂ ਸੋਰਸਸ ਆਫ ਇਨਕਮ। ਸਰਕਾਰ ਨੂੰ ਪੈਸੇ ਕਿੱਥੋਂ ਆਉਂਦੇ ਨੇ, ਇਨਕਮ ਕਿੱਥੋਂ ਹੁੰਦੀ ਹੈ? ਸੋਚਣ ਵਾਲੀ ਗੱਲ ਹੈ। ਜਿਵੇਂ ਆਪਾਂ ਕੰਮ ਕਰ ਰਹੇ ਹਾਂ ਤੇ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਕੰਮ ਨੇ, ਆਪਾਂ ਨੂੰ ਫਿਰ ਉਸ ਤੋਂ ਪੈਸੇ ਮਿਲਦੇ ਨੇ, ਇਹ ਇਨਕਮ ਹੈ ਆਪਣੀ। ਸਰਕਾਰ ਨੂੰ ਇਨਕਮ ਕਿੱਥੋਂ ਹੁੰਦੀ ਹੈ? ਮੋਟੇ ਤੌਰ ਤੇ ਦੇਖੋ ਆਹ ਹੈ ਮੇਨ ਇਨਕਮ ਸਰਕਾਰ ਦੀ। ਇਸ ਤੋਂ ਇਲਾਵਾ ਹੋਰ ਵੀ ਹੈਗੀਆਂ ਨੇ, ਬਟ ਹਾਲੇ ਤੁਹਾਨੂੰ ਉਹ ਨਹੀਂ ਸਮਝਾਉਣੀਆਂ, ਤੁਸੀਂ 10ਵੀਂ ਕਲਾਸ 'ਚ। ਅੱਗੇ ਜਾ ਕੇ ਤੁਹਾਨੂੰ ਡਿਟੇਲ 'ਚ ਆਏਗਾ ਵੀ ਹੋਰ ਕਿਹੜੀ ਇਨਕਮਸ ਨੇ। ਪਹਿਲਾਂ ਇਹ ਦੇਖੋ ਟੈਕਸ, ਜਿਹੜਾ ਆਪਾਂ ਸਰਕਾਰ ਨੂੰ ਟੈਕਸ ਭਰਦੇ ਆ ਨਾ, ਕਰ ਭਰਦੇ ਆ, ਕਰ ਪੰਜਾਬੀ 'ਚ ਕਰ ਬੋਲਦੇ ਆ, ਪਰ ਜ਼ਿਆਦਾਤਰ ਮੈਨੂੰ ਪਤਾ ਹੈ ਬੱਚੇ ਚਾਹੇ ਪੰਜਾਬੀ ਮੀਡੀਅਮ ਹੈ ਚਾਹੇ ਅੰਗਰੇਜ਼ੀ ਮੀਡੀਅਮ ਹੈ, ਟੈਕਸ ਸੁਣਨ ਦੀ ਗੱਲ ਜ਼ਿਆਦਾ ਸਮਝ ਆਉਂਦੀ ਹੈ। ਟੈਕਸ ਮਤਲਬ ਜ਼ਿਆਦਾ ਸੁਣਨ ਨੂੰ ਮਿਲਦਾ ਵਰਡ। ਟੈਕਸ ਜਿਹੜਾ ਆਪਾਂ ਸਰਕਾਰ ਨੂੰ ਭਰਦੇ ਆ ਉਹ ਆਪਣਾ ਜਿਹੜਾ ਉਹ ਮੇਨ ਸਰਕਾਰ ਦੀ ਇਨਕਮ ਹੈ ਜੀ। ਟੈਕਸ ਆਪਣਾ ਦੋ ਤਰ੍ਹਾਂ ਦਾ ਹੁੰਦਾ ਤੇ ਬੜਾ ਸਿੰਪਲ ਹੈ ਇਸ ਨੂੰ ਸਮਝਣਾ, ਜਰਾ ਧਿਆਨ ਨਾਲ ਦੇਖਿਓ। ਇੱਕ ਡਾਇਰੈਕਟ ਟੈਕਸ ਹੈ, ਇੱਕ ਇਨਡਾਇਰੈਕਟ ਟੈਕਸ ਹੈ। ਹਿਸਾਬ ਕਿਤਾਬ ਦੇਖੋ ਇਦਾਂ ਹੈ, ਮੇਰੀ ਇਨਕਮ ਅਗਰ 2.5 ਲੱਖ ਤੋਂ ਉੱਤੇ ਹੈ ਸਾਲ ਦੀ, ਤਾਂ ਮੈਨੂੰ ਟੈਕਸ ਦੇਣਾ ਪਊਗਾ ਸਰਕਾਰ ਨੂੰ। ਉਹ ਟੈਕਸ ਡਾਇਰੈਕਟਲੀ ਮੈਨੂੰ ਦੇਣਾ ਪਊਗਾ, ਮੇਰੀ ਇਨਕਮ ਦੇ ਕਰਕੇ ਉਹ ਟੈਕਸ ਮੇਰੇ ਉੱਤੇ ਪੈ ਰਿਹਾ, ਤਾਂ ਉਸ ਨੂੰ ਆਪਾਂ ਡਾਇਰੈਕਟ ਟੈਕਸ ਕਹਾਂਗੇ। ਸਿੰਪਲ। ਇਨਡਾਇਰੈਕਟ ਟੈਕਸ ਕੀ ਹੈ? ਅਪ੍ਰਤੱਖ ਕਰ, ਜਿਹਦੇ ਉੱਤੇ ਉਹ ਟੈਕਸ ਪਿਆ ਹੁੰਦਾ ਹੈ ਨਾ, ਉਹ ਨਹੀਂ ਦਿੰਦਾ, ਕੋਈ ਹੋਰ ਬੰਦਾ ਦਿੰਦਾ। ਕਿਵੇਂ? ਇਹ ਟੈਕਸ ਜ਼ਿਆਦਾਤਰ ਲਗਾ ਲਓ ਪ੍ਰੋਡਿਊਸਰ ਤੇ ਪੈਂਦੇ ਨੇ, ਜਿਸ ਨੇ ਆਪ ਪ੍ਰੋਡਿਊਸ ਕੀਤਾ, ਜਿਸ ਨੇ ਆ ਮਾਰਕਰ ਬਣਾਇਆ। ਇਹ ਮਾਰਕਰ 10 ਰੁਪਏ ਦਾ ਮੈਨੂੰ ਮਿਲਿਆ, ਲਗਾ ਲਓ 9.5 ਰੁਪਏ ਦਾ ਜਾਂ 9 ਰੁਪਏ ਦਾ ਲਗਾ ਲਓ। ਇਹ ਅਸਲ 'ਚ ਹੋਣਾ ਇਹਦੇ ਉੱਤੇ 1 ਰੁਪਇਆ ਟੈਕਸ ਪੈ ਗਿਆ, ਜਿਹੜਾ ਸਰਕਾਰ ਨੂੰ ਭਰਿਆ ਗਿਆ। ਅਸਲ 'ਚ ਇਹ ਟੈਕਸ ਜਿਹੜਾ ਸੀਗਾ ਉਹ ਪ੍ਰੋਡਿਊਸਰ ਤੇ ਪਿਆ ਸੀਗਾ, ਪਰ ਪ੍ਰੋਡਿਊਸਰ ਨੇ ਕਿਤੋਂ ਵਸੂਲਿਆ? ਸਾਡੇ ਤੋਂ, ਕਸਟਮਰ ਤੋਂ ਵਸੂਲਦੇ ਨੇ ਟੈਕਸ। ਆਪਾਂ ਜੋ ਵੀ ਚੀਜ਼ਾਂ ਆਪਾਂ ਖਰੀਦਦੇ ਆ ਨਾ, ਜੋ ਵੀ ਚੀਜ਼ਾਂ ਆਪਾਂ ਖਰੀਦਦੇ ਆ, ਕਦੇ ਉਹਨਾਂ ਦੇ ਪਿੱਛੇ ਪੜ੍ਹ ਕੇ ਦੇਖਿਓ, ਲਿਖਿਆ ਹੁੰਦਾ ਨੀਚੇ ਇਨਕਲੂਸਿਵ ਆਫ ਆਲ ਟੈਕਸਸ। ਜਦੋਂ MRP ਲਿਖਿਆ ਹੁੰਦਾ ਨਾ, ਉਹਦਾ ਮਤਲਬ ਨਾਲ ਲਿਖਿਆ ਹੁੰਦਾ ਕਿ ਟੈਕਸ ਵਿੱਚ ਲਗਾ ਕੇ ਇੰਨੇ ਪੈਸੇ ਇਹਦੇ ਬਣਦੇ ਨੇ। ਤਾਂ ਠੀਕ ਹੈ ਗੱਲ। ਤਾਂ ਸਰਕਾਰ ਨੂੰ ਦੇਖੋ ਇੱਕ ਡਾਇਰੈਕਟ ਟੈਕਸ ਚਾਹੁੰਦਾ, ਜਿਹੜਾ ਆਪਾਂ ਨਾਰਮਲੀ ਇਨਕਮ ਟੈਕਸ ਹੀ ਬੋਲ ਦਿੰਦੇ ਆ। ਇਨਡਾਇਰੈਕਟ ਟੈਕਸ ਦੀ ਸਭ ਤੋਂ ਸੋਹਣੀ ਐਗਜ਼ਾਮਪਲ ਤੁਸੀਂ ਬੜਾ ਸੁਣਿਆ ਹੋਣਾ ਇਹਦੇ ਬਾਰੇ, GST। ਅੱਜ ਕੱਲ੍ਹ ਗੁਡਸ ਐਂਡ ਸਰਵਿਸਿਜ਼ ਟੈਕਸ ਲੱਗਦਾ, ਹਰੇਕ ਗੁਡਸ ਤੇ ਲਗਭਗ ਹਰੇਕ ਸਰਵਿਸਿਜ਼ ਤੇ ਟੈਕਸ ਲੱਗਦਾ ਪਿਆ। ਠੀਕ ਹੈ ਜੀ, ਬਸ ਆ ਟੈਕਸ ਹੁੰਦੇ ਨੇ। ਇਸ ਤੋਂ ਇਲਾਵਾ ਇੱਕ ਗੱਲ ਹੋਰ ਵੀ ਛੋਟੀ ਜਿਹੀ ਸੀਗੀ ਪਬਲਿਕ ਡੈਟ ਬਾਰੇ, ਸਰਵਜਨਕ ਕਰਜ਼ੇ। ਸਰਕਾਰ ਨੂੰ ਕਈ ਵਾਰ ਕਰਜ਼ਿਆਂ ਦੀ ਲੋੜ ਪੈ ਜਾਂਦੀ ਹੈ, ਖਰਚੇ ਸਰਕਾਰ ਦੇ ਬਹੁਤ ਨੇ ਭਾਈ, ਤੇ ਕਰਜ਼ੇ ਦੋ ਤਰ੍ਹਾਂ ਨਾਲ ਇੱਥੇ ਇਹ ਵੀ ਵੰਡੇ ਗਏ ਨੇ। ਦੇਖੋ ਇੰਟਰਨਲ ਡੈਟ, ਐਕਸਟਰਨਲ ਡੈਟ, ਆਂਤਰਿਕ ਕਰਜ਼ੇ ਤੇ ਵਿਦੇਸ਼ੀ ਕਰਜ਼ੇ। ਆਂਤਰਿਕ ਕਰਜ਼ੇ ਜਿਹੜੇ ਅੰਦਰ ਦੇ ਨੇ, ਵਿਦੇਸ਼ੀ ਕਰਜ਼ੇ ਜਿਹੜੇ ਵਿਦੇਸ਼ ਤੋਂ ਲਏ ਗਏ ਨੇ। ਅਗਰ ਸਰਕਾਰ ਆਪਣੇ ਇੰਡੀਆ ਦੇ ਹੀ ਬੈਂਕ ਤੋਂ, ਬੈਂਕ ਜਾਂ ਹੋਰ ਵਿੱਤੀ ਸੰਸਥਾਵਾਂ ਹੁੰਦੀਆਂ ਨੇ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਕਾਫੀ ਨੇ, ਜਾਂ ਜਨਤਾ ਤੋਂ ਹੀ ਸਰਕਾਰ ਅਗਰ ਉਧਾਰ ਲੈਂਦੀ ਹੈ, ਕਰਜ਼ਾ ਲੈਂਦੀ ਹੈ, ਤਾਂ ਉਸ ਨੂੰ ਬੋਲਾਂਗੇ ਆਂਤਰਿਕ ਕਰਜ਼ੇ ਨੇ, ਇੰਟਰਨਲ ਡੈਟ ਹੈ। ਅਗਰ ਸਰਕਾਰ ਕਿਸੇ ਫੋਰਨ ਬੈਂਕ ਤੋਂ, ਫੋਰਨ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ, ਕਿਸੇ ਤੋਂ, ਉਹਨਾਂ ਤੋਂ ਕਰਜ਼ੇ ਲੈਂਦੀ ਪਈ ਹੈ,
ਤਾਂ ਆਪਾਂ ਕਹਾਂਗੇ ਭਾਈ ਵਿਦੇਸ਼ੀ ਕਰਜ਼ੇ ਨੇ, ਇਹ ਐਕਸਟਰਨਲ ਡੈਟ ਨੇ। ਤੇ ਇਸ ਵੀਡੀਓ 'ਚ ਬਸ ਇੰਨਾ ਕੁ ਹੀ। ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਨੀਚੇ ਕਮੈਂਟ ਕਰਕੇ ਦੱਸਿਓ ਜੀ। ਬਾਕੀ ਸਾਡੀਆਂ ਹੋਰ ਵੀਡੀਓਜ਼ ਦੇ ਲਿੰਕ ਤੁਹਾਨੂੰ ਇੱਥੇ ਮਿਲ ਜਾਣਗੇ। ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੱਧ ਤੋਂ ਵੱਧ ਪਲੀਜ਼ ਚੈਨਲ ਨੂੰ ਸ਼ੇਅਰ ਕਰਿਓ। ਤੇ ਅਗਰ ਤੁਸੀਂ ਮੇਰੇ ਕੰਮ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤਾਂ ਨੀਚੇ ਪੇਟੀਐਮ ਨੰਬਰ ਦਿੱਤਾ ਹੋਇਆ। ਚੰਗਾ ਜੀ, ਸਤਿ ਸ਼੍ਰੀ ਅਕਾਲ।